ਸਿਟੀ ਆਫ ਸਰੀ ਵੱਲੋਂ 2021 ਲਈ ਜਾਰੀ ਪ੍ਰਸਤਾਵਿਤ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ 2.9% ਦੇ ਵਾਧੇ ਅਤੇ ਕੈਪੀਟਲ ਪਾਰਸਲ ਟੈਕਸ ਵਿੱਚ $200 ਦੇ ਇਜ਼ਾਫੇ ਦੀ ਗੱਲ ਕਹੀ ਗਈ। ਸਰੀ ਮੇਅਰ ਡਗ ਮੈਕੈਲਮ ਮੁਤਾਬਿਕ ਕੈਪੀਟਲ ਪਾਰਸਲ ਟੈਕਸ ਵਿੱਚ ਵਾਧਾ ਨਿਊਟਨ ਕਮਿਊਨਿਟੀ ਸੈਂਟਰ ਵਾਸਤੇ ਲੈਂਡ ਅਤੇ ਸਾਊਥ ਸਰੀ ਐਥਲੈਟਿਕ ਪਾਰਕ ਵਿੱਚ ਨਵੇਂ ਟਰਫ ਅਤੇ ਟਰੈਕ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ 2020 ਵਿੱਚ ਪੇਸ਼ ਕੀਤੇ ਗਏ ਸਰੀ ਪੁਲਿਸ ਦਾ ਆਪਰੇਟਿੰਗ ਬਜਟ ਵੀ $5.5 ਮਿਲੀਅਨ ਘਟਾ ਕੇ $184 ਮਿਲੀਅਨ ਤੈਅ ਕੀਤਾ ਗਿਆ। ਨੈਸ਼ਨਲ ਹਾਕੀ ਲੀਗ NHL ਨੇ ਐਡੀਡਾਸ ਨਾਲ ਮਿਲ ਕੇ 2020-21 ਸੀਜ਼ਨ ਲਈ ਸਾਰੀਆਂ ਹੀ 21 ਟੀਮਸ ਲਈ ਰਿਵਰਸ ਰੈਟਰੋ ਆਲਟਰਨੇਟ ਜਰਸੀਜ਼ ਤੋਂ ਕੁੰਨ ਚੁਕਾਈ ਕਰ ਦਿੱਤੀ ਹੈ। ਲੀਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਹਰ ਇੱਕ ਕਲੱਬ ਆਲਟਰਨੇਟ ਜਰਸੀ ਪ੍ਰੋਗਰਾਮ ਦਾ ਹਿੱਸਾ ਬਣ ਰਿਹਾ ਹੈ। ਕਨਕਸ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਜਰਸੀ ਪਹਿਲਾਂ ਵਰਤੇ ਗਏ ਰੰਗਾਂ ਦਾ ਸੁਮੇਲ ਹੋਵੇਗੀ ਅਤੇ ਅਜਿਹੀ ਜਰਸੀ ਨਾ ਪਹਿਲਾਂ ਵੇਖੀ ਗਈ ਅਤੇ ਨਾ ਹੀ ਇਸ ਬਾਰੇ ਪਹਿਲਾਂ ਕਦੇ ਸੁਣਿਆ ਗਿਆ। ਸਰੀ ਦੀ ਇੱਕ 9 ਸਾਲ ਦੀ ਬੱਚੀ ਹਰਬਿਨ ਕੌਰ ਸਪੈਲਿੰਗ ਬੀ ਆਫ ਕੈਨੇਡਾ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦੇ ਵਾਸਤੇ ਜਾ ਰਹੀ ਹੈ। ਖਾਲਸਾ ਸਕੂਲ ਨਿਊਟਨ ਕੈਂਪਸ ਦੀ ਗ੍ਰੇਡ 4 ਯਾਨੀ ਕਿ ਚੌਥੀ ਜਮਾਤ ਦੀ ਵਿਦਿਆਰਥਣ 2 ਸਾਲ ਪਹਿਲਾਂ ਹੀ ਪਰਿਵਾਰ ਨਾਲ ਇੰਡੀਆ ਤੋਂ ਕੈਨੇਡਾ ਮੂਵ ਹੋਈ। ਹਰਬਿਨ ਅਨੁਸਾਰ ਕੈਨੇਡਾ ਆਉਣ ਤੋਂ ਪਹਿਲਾਂ ਉਹ ਜ਼ਿਆਦਾਤਰ ਹਿੰਦੀ ਅਤੇ ਪੰਜਾਬੀ ਹੀ ਬੋਲਦੀ ਸੀ, ਪਰ ਪਿਤਾ ਵੱਲੋਂ ਕਹੇ ਜਾਣ ਤੇ ਉਸਨੇ ਇੰਗਲਿਸ਼ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਇਸ ਮੁਕਾਮ ਤੇ ਪਹੁੰਚੀ। ਹਰਬਿਨ ਕੌਰ ਨੇ 64 ਹੋਰ ਬੱਚਿਆਂ ਨੂੰ ਪਿੱਛੇ ਛੱਡਦੇ ਹੋਏ ਬੈਸਟ ਜੂਨੀਅਰ ਸਪੈਲਿੰਗ ਇਨ BC ਦਾ ਖਿਤਾਬ ਹਾਸਲ ਕੀਤਾ। ਸ਼ਨੀਵਾਰ ਰਾਤ ਸਾਊਥ ਵੈਨਕੂਵਰ ਵਿੱਚ ਇੱਕ ਆਦਮੀ ਤੇ ਛੁਰੇ ਨਾਲ ਵਾਰ ਕੀਤਾ ਗਿਆ। 34 ਸਾਲ ਦੇ ਡੇਮੀਅਨ ਲਿਯੰਗ ਨੂੰ ਜ਼ਖਮੀ ਹਾਲਤ ਵਿੱਚ ਹਸਪੀਟਲ ਤੱਕ ਲਿਜਾਇਆ ਗਿਆ, ਪਰ ਇਸ ਵਿਅਕਤੀ ਨੇ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਦਮ ਤੋੜ ਦਿੱਤਾ। ਕੁਝ ਚਸ਼ਮਦੀਦਾਂ ਦੀ ਮਦਦ ਨਾਲ ਸਸਪੈਕਟ ਨੂੰ ਨੇੜਿਓਂ ਹੀ ਗ੍ਰਿਫਤਾਰ ਕਰਨਾ ਸੰਭਵ ਰਿਹਾ ਅਤੇ VPD ਦੀ ਮੁੱਢਲੀ ਜਾਂਚ ਦਰਸਾਉਂਦੀ ਹੈ ਕਿ ਸਸਪੈਕਟ ਤੇ ਵਿਕਟਿਮ ਵਿਅਕਤੀ ਇੱਕ ਦੂਸਰੇ ਨੂੰ ਜਾਣਦੇ ਸਨ। ਬੀਤੀ ਰਾਤ ਬਰਨਬੀ ਜਨਰਲ ਹਸਪੀਟਲ ਵਿੱਚ ਲੱਗੀ ਅੱਗ ਕਾਰਨ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਿਲਹਾਲ ਉਹ ਹਸਪੀਟਲ ਦੇ ਐਮਰਜੈਂਸੀ ਡਿਪਾਰਟਮੈਂਟ ਵਿੱਚ ਨਾ ਆਉਣ। ਮਰੀਜ਼ਾਂ ਨੂੰ ਟ੍ਰਾਂਜ਼ਿਟ ਬੱਸਸ ਵਿੱਚ ਸ਼ਰਨ ਲੈਣੀ ਪਈ। ਬਰਨਬੀ ਫਾਇਰ ਕਰੂ ਮੁਤਾਬਿਕ ਉਹਨਾਂ ਨੇ ਰਾਤ 10 ਵਜੇ ਇਸ ਅੱਗ ਨੂੰ ਰਿਸਪੌਂਡ ਕੀਤਾ। ਅੱਗ ਬੇਸਮੈਂਟ ਤੋਂ ਸ਼ੁਰੂ ਹੋਈ ਸੀ, ਪਰ ਇਸ ਨੂੰ ਪੂਰੀ ਬਿਲਡਿੰਗ ਵਿੱਚ ਫੈਲਣ ਤੋਂ ਰੋਕ ਦਿੱਤਾ ਗਿਆ। ਹੋਰਨਾਂ ਮਰੀਜ਼ਾਂ ਨੂੰ ਹਸਪੀਟਲ ਦੇ ਦੂਜੇ ਹਿੱਸੇ ਵਿੱਚ ਰੀਲੋਕੇਟ ਕੀਤਾ ਗਿਆ। ਹਸਪੀਟਲ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਅਜੇ ਨਹੀਂ ਲਾਇਆ ਜਾ ਸਕਿਆ ਹੈ। ਐਨਵਾਇਰਨਮੈਂਟ ਕੈਨੇਡਾ ਨੇ ਮੰਗਲਵਾਰ ਲਈ ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ, ਵੈਨਕੂਵਰ ਆਈਲੈਂਡ ਅਤੇ ਗਲਫ ਆਈਲੈਂਡ ਦੇ ਕੁਝ ਹਿੱਸਿਆਂ ਲਈ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ। ਮੌਸਮ ਦੀ ਭਵਿੱਖਬਾਣੀ ਅਨੁਸਾਰ ਹਵਾ ਦੀ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੋ ਸਕਦੀ ਹੈ ਅਤੇ ਇਹ ਵੀ ਕਿਹਾ ਗਿਆ ਕਿ ਸਟਰੋਂਗ ਵਿੰਡਸ ਕਾਰਨ ਦਰੱਖਤ ਡਿੱਗ ਸਕਦੇ ਹਨ ਅਤੇ ਹਾਈਡਰੋ ਆਊਟੇजेस ਦਾ ਵੀ ਖਤਰਾ ਹੈ। ਅੰਤਰਰਾਸ਼ਟਰੀ ਵਕੀਲਾਂ ਦੇ ਗੱਠਜੋੜ ਦੀ ਨੁਮਾਇੰਦਗੀ ਕਰਦੇ ਸਾਬਕਾ ਕੈਨੇਡੀਅਨ ਅਟਾਰਨੀ ਜਨਰਲ ਇਰਵਿਨ ਕਾਟਲਰ ਵੱਲੋਂ ਪੱਤਰਕਾਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਇੱਕ ਨਵੇਂ ਗਲੋਬਲ ਚਾਰਟਰ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਅਤੇ ਬੋਟਸਵਾਨਾ ਦੀ ਮੇਜ਼ਬਾਨੀ ਵਿੱਚ ਮੀਡੀਆ ਦੀ ਆਜ਼ਾਦੀ ਬਾਰੇ ਇੱਕ ਇੰਟਰਨੈਸ਼ਨਲ ਕਾਨਫਰੰਸ ਆਯੋਜਿਤ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਤਾਬਿਕ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣਾ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਪ੍ਰਸਤਾਵਿਤ ਚਾਰਟਰ ਤਹਿਤ ਉਸ ਦੇਸ਼ ਦੇ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਜੋ ਮਨਮਾਨੇ ਢੰਗ ਨਾਲ ਪੱਤਰਕਾਰਾਂ ਨੂੰ ਕੈਦ ਕਰਦੇ ਹਨ ਅਤੇ ਉਸ ਪੱਤਰਕਾਰ ਦੀ ਹੋਮ ਕੰਟਰੀ ਤੇ ਵੀ ਨਵੀਆਂ ਲੀਗਲ ਡਿਊਟੀਜ਼ ਲਾਗੂ ਕੀਤੀਆਂ ਜਾਣਗੀਆਂ। ਸਾਊਥ ਵੈਸਟਰਨ ਓਨਟਾਰੀਓ ਵਿੱਚ ਐਤਵਾਰ ਨੂੰ ਆਏ ਭਿਆਨਕ ਤੂਫਾਨ ਕਾਰਨ ਸ਼ੋਰਲਾਈਨ ਕਮਿਊਨਿਟੀਜ਼ ਹੜ੍ਹ ਦੀ ਲਪੇਟ ਵਿੱਚ ਆ ਗਈਆਂ। ਫੋਟੋਜ਼ ਅਤੇ ਵੀਡੀਓਜ਼ ਦਰਸਾ ਰਹੀਆਂ ਹਨ ਕਿ ਪੋਰਟ ਡੋਵਰ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਹਵਾ ਦੀ ਰਫ਼ਤਾਰ 100 ਕਿਲੋਮੀਟਰ ਦੇ ਹਿਸਾਬ ਨਾਲ ਸੀ, ਜਿੱਥੇ ਸੇਲ ਬੋਟਸ ਟਿਪ ਹੋ ਗਈਆਂ। ਬਿਜ਼ਨੈਸਿਸ ਅਤੇ ਘਰਾਂ ਨੂੰ ਭਾਰੀ ਨੁਕਸਾਨ ਪੁੱਜਿਆ। ਸਾਫ਼ ਸਫਾਈ ਦਾ ਕੰਮ ਅੱਜ ਸਵੇਰੇ ਸ਼ੁਰੂ ਕੀਤਾ ਗਿਆ। ਇੰਡੀਅਨ ਸੁਪਰੀਮ ਕੋਰਟ ਨੇ ਦਾਗੀ ਸਿਆਸਤਦਾਨਾਂ ਨੂੰ ਚੋਣ ਲੜਨ ਤੋਂ ਰੋਕਣ ਦੇ ਮਾਮਲੇ ਵਿੱਚ ਦਖਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਅਜਿਹੇ ਮੁੱਦਿਆਂ ਤੇ ਫੈਸਲਾ ਲੈਣ ਦਾ ਕੰਮ ਸੰਸਦ ਦਾ ਹੈ। ਅਦਾਲਤ ਨੇ ਘੱਟੋ-ਘੱਟ 5 ਸਾਲ ਦੀ ਸਜ਼ਾ ਵਾਲੇ ਅਪਰਾਧਾਂ ਲਈ ਪਿਛਲੇ 1 ਸਾਲ ਤੋਂ ਚਾਰਜਸ਼ੀਟ ਕੀਤੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਚੋਣ ਨੂੰ ਅਯੋਗ ਐਲਾਨਣ ਤੋਂ ਨਾਂਹ ਕਰ ਦਿੱਤੀ ਹੈ। US ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਵੇਰੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਟਰੰਪ ਨੇ ਆਖਿਆ ਕਿ ਉਹ 3 ਨਵੰਬਰ ਨੂੰ ਹੋਈ ਵੋਟਾਂ ਦੀ ਗਿਣਤੀ ਨੂੰ ਸਵੀਕਾਰ ਨਹੀਂ ਕਰਦੇ। ਉੱਥੇ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਹਜ਼ਾਰਾਂ ਹੀ ਸਮਰਥਕ ਡਾਊਨਟਾਊਨ ਵਾਸ਼ਿੰਗਟਨ ਦੀਆਂ ਸੜਕਾਂ ਤੇ ਆ ਗਏ ਅਤੇ ਉਹਨਾਂ ਦਾ ਦੂਜੇ ਧੜੇ ਦੇ ਮੁਜ਼ਾਹਰਾਕਾਰੀਆਂ ਨਾਲ ਹਿੰਸਕ ਟਕਰਾਅ ਹੋਇਆ। ਟਰੰਪ ਦੇ ਸਮਰਥਕਾਂ ਨੇ ਰੋਸ ਰੈਲੀ ਉਹਨਾਂ ਦੇ ਦਾਅਵਿਆਂ ਦੇ ਹੱਕ ਵਿੱਚ ਕੱਢੀ ਸੀ, ਜਿਸ ਵਿੱਚ ਟਰੰਪ ਨੇ ਚੋਣਾਂ ਵਿੱਚ ਵੱਡੇ ਪੱਧਰ ਉੱਤੇ ਧੋਖਾਧੜੀ ਦਾ ਦੋਸ਼ ਲਾਇਆ। US ਦੇ ਸਾਬਕਾ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਕਿਹਾ ਕਿ ਟਰੰਪ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਡੈਮੋਕ੍ਰੈਟਿਕ ਪਾਰਟੀ ਦੇ ਆਪਣੇ ਵਿਰੋਧੀ ਜੋ ਬਾਈਡਨ ਤੋਂ ਹਾਰ ਚੁੱਕੇ ਹਨ, ਕਿਉਂਕਿ ਹੁਣ ਚੋਣ ਨਤੀਜੇ ਦੇ ਬਦਲਣ ਦੀ ਕੋਈ ਉਮੀਦ ਨਹੀਂ।